ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਵਿਕਾਸ ਦੇ ਨਾਮ ਉੱਤੇ ਜ਼ਿਆਦਾਤਰ ਚਰਚਾ ਸੜਕਾਂ, ਪੁਲਾਂ ਅਤੇ ਸ਼ਹਿਰੀਕਰਨ ਦੀ ਹੁੰਦੀ ਹੈ। ਪੰਜਾਬ ਸਰਕਾਰ ਇਸ ਵੇਲੇ ਨਵੇਂ ਚੰਡੀਗੜ੍ਹ ਦੀ ਯੋਜਨਾ ਨੂੰ ਆਪਣੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ। ਚੰਡੀਗੜ੍ਹ ਦੇ ਆਲੇ ਦੁਆਲੇ ਪਹਿਲਾਂ ਹੀ ਮੋਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਵਰਗੇ ਸ਼ਹਿਰ ਲੱਗ ਚੁੱਕੇ ਨੇ। ਹੁਣ ਚੰਡੀਗੜ੍ਹ ਦੀ ਉਸਾਰੀ ਹੋ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਵਿਕਾਸ, ਚੌਗਿਰਦੇ ਅਤੇ ਸ਼ਹਿਰੀਕਰਨ ਦੀ ਚਰਚਾ ਵਿੱਚ ਸਿਆਸਤ ਰਲਾ ਦਿੱਤੀ ਹੈ। ਇਹ ਵੇਖਣਾ ਹੋਏਗਾ ਕਿ ਉਹ ਕਿਸ ਨੂੰ ਕਹਿ ਰਹੇ ਨੇ ਤੇ ਕਿਸ ਨੂੰ ਸੁਣਾ ਰਹੇ ਨੇ। ਪਰ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਜਵਾਬੀ ਬਿਆਨ ਦਾਗ ਦਿੱਤਾ ਹੈ। ਨਵੇਂ ਚੰਡੀਗੜ੍ਹ ਦੀ ਵਿਉਂਤਬੰਦੀ ਤਕਰੀਬਨ 2 ਦਹਾਕਿਆਂ ਤੋਂ ਹੋ ਰਹੀ ਹੈ। ਸਭ ਤੋਂ ਪਹਿਲਾਂ ਸ਼ਿਵਾਲਿਕ ਪਹਾੜੀ ਲੜੀ ਦੇ ਪੈਰਾਂ ਵਿੱਚ ਚੰਡੀਗੜ੍ਹ ਦੇ ਨਾਲ ਲੱਗਦਾ ਸ਼ਹਿਰ ਵਸਾਉਣ ਦੀ ਯੋਜਨਾ ਬੇਅੰਤ ਸਿੰਘ ਦੀ ਸਰਕਾਰ ਮੌਕੇ ਸਾਹਮਣੇ ਆਈ ਸੀ। ਉਸ ਵੇਲੇ ਇਹ ਯੋਜਨਾ ਸਿਰੇ ਨਹੀਂ ਚੜੀ ਕਿਉਂਕਿ ਇਸ ਨਾਲ ਚੌਗਿਰਦੇ ਤੋਂ ਲੈ ਕੇ ਵਿਕਾਸ ਦੇ ਮਾਡਲ ਨਾਲ ਜੁੜੇ ਸਵਾਲ ਜੁੜੇ ਹੋਏ ਸਨ, ਜਿਨ੍ਹਾਂ ਦਾ ਕੋਈ ਪੁਖਤਾ ਜਵਾਬ ਨਹੀਂ ਸੀ। ਉਸ ਵੇਲੇ ਇਹ ਦਲੀਲ ਦਿੱਤੀ ਗਈ ਸੀ ਕਿ ਇਸ ਇਲਾਕੇ ਵਿੱਚ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੇ ਜ਼ਮੀਨਾਂ ਸਸਤੇ ਭਾਅ ਖਰੀਦ ਲਈਆਂ ਨੇ ਅਤੇ ਹੁਣ ਇਸ ਦਾ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੇ ਹਿੱਤ ਚਰਚਾ ਦਾ ਵਿਸ਼ਾ ਬਣੇ ਰਹੇ। ਕੁਝ ਪਿੰਡਾਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ, ਜਿਸ ਦਾ ਨਾਮ ਸੀ ਨਵਾਂ ਚੰਡੀਗੜ੍ਹ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਇਹ ਤਜਵੀਜ਼ ਮੁੜ ਕੇ ਚਰਚਾ ਦਾ ਵਿਸ਼ਾ ਬਣੀ। ਇਸ ਵਾਰ ਇਸ ਯੋਜਨਾ ਦਾ ਨਾਮ ਨਵਾਂ ਚੰਡੀਗੜ੍ਹ ਦੀ ਥਾਂ ਆਨੰਦਗੜ੍ਹ ਹੋ ਗਿਆ ਸੀ। ਖਾਲਸਾ ਪੰਥ ਦਾ 300 ਸਾਲਾ ਸਮਾਗਮ ਅਨੰਦਪੁਰ ਸਾਹਿਬ ਵਿੱਚ ਕੀਤਾ ਜਾਣਾ ਸੀ, ਸੋ ਇਸ ਤਰ੍ਹਾਂ ਨਵੇਂ ਨਾਮ ਵਿੱਚ ਕੁਝ ਸ਼ਰਧਾ ਅਤੇ ਭਾਵੁਕਤਾ ਜੋੜ ਦਿੱਤੀ ਗਈ ਸੀ। ਪੁਰਾਣੀ ਦਲੀਲ ਮੁੜ ਕੇ ਚਰਚਾ ਵਿੱਚ ਸੀ ਕਿ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੇ ਇਸ ਇਲਾਕੇ ਵਿੱਚ ਜ਼ਮੀਨਾਂ ਖਰੀਦੀਆਂ ਨੇ ਤੇ ਹੁਣ ਸਸਤੀਆਂ ਖਰੀਦੀਆਂ ਜ਼ਮੀਨਾਂ ਨੂੰ ਮਹਿੰਗੇ ਭਾਅ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਾਰ ਦੁਬਾਰਾ ਇਹ ਯੋਜਨਾ ਨੇਪਰੇ ਨਹੀਂ ਚੜੀ। ਹੁਣ ਇਹ ਯੋਜਨਾ ਮੁੜ ਕੇ ਚਰਚਾ ਵਿੱਚ ਹੈ, ਪਰ ਇਸ ਵਾਰ ਇਹ ਚਰਚਾ ਯੋਜਨਾ ਵਜੋਂ ਨਹੀਂ ਸਗੋਂ ਧਾਰਨਾ ਵਜੋਂ ਜ਼ਿਆਦਾ ਹੈ। ਇਸ ਯੋਜਨਾ ਲਈ ਤੈਅ ਕੀਤੀ ਗਈ ਥਾਂ ਵਿੱਚ ਵੱਡੇ ਪੱਧਰ ਉਤੇ ਉਸਾਰੀ ਕਈ ਸਾਲਾਂ ਤੋਂ ਚੱਲ ਰਹੀ ਹੈ। ਮੁੱਲਾਂਪੁਰ ਕੁਰਾਲੀ ਸੜਕ ਦੇ ਆਰ-ਪਾਰ ਬਹੁਤ ਸਾਰੀਆਂ ਜ਼ਮੀਨਾਂ ਕੰਪਨੀਆਂ ਨੇ ਖਰੀਦ ਲਈਆਂ ਨੇ ਅਤੇ ਉਸਾਰੀ ਕੀਤੀ ਜਾ ਰਹੀ ਹੈ। ਇਹਨਾਂ ਉਸਾਰੀਆਂ ਵਿੱਚ ਰਿਹਾਇਸ਼ੀ ਤੇ ਕਾਰੋਬਾਰੀ ਇਮਾਰਤਾਂ ਅਤੇ ਹੋਰ ਸ਼ਹਿਰੀ ਵਿਉਂਤਬੰਦੀ ਦਾ ਢਾਂਚਾ ਸ਼ਾਮਲ ਹੈ। ਪਿਛਲੇ ਦਿਨੀ ਇਸ ਯੋਜਨਾ ਉਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਪੰਜਾਬ ਨਵਾਂ ਚੰਡੀਗੜ੍ਹ ਜੀ ਸਦਕੇ ਵਸਾਵੇ, ਪਰ ਪਹਿਲਾਂ ਅਸਲੀ ਚੰਡੀਗੜ੍ਹ ਖਾਲੀ ਕਰੇ। ਹਰਿਆਣਾ ਪੰਜਾਬ ਦੀ ਰਾਜਧਾਨੀ ਵਜੋਂ ਚੰਡੀਗੜ੍ਹ ਲਗਾਤਾਰ ਵਿਵਾਦ ਦਾ ਸਬਬ ਬਣਿਆ ਰਿਹਾ ਹੈ। ਹਰਿਆਣਾ ਦੇ ਵੱਖਰਾ ਸੂਬਾ ਬਣਨ ਤੋਂ ਬਾਅਦ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਸੀ, ਪਰ ਇਹ ਰੇੜਕਾ ਕਈ ਸਾਲਾਂ ਸਿਆਸੀ ਮੁੱਦਾ ਬਣਿਆ ਰਿਹਾ, ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਪੰਜਾਬ 'ਚ ਚੰਡੀਗੜ੍ਹ ਅਤੇ ਪੰਜਾਬ ਬੋਲਦੇ ਇਲਾਕੇ ਕਈ ਸਾਲ ਚੋਣ ਮੁੱਦਾ ਬਣਦੇ ਰਹੇ। ਹੁਣ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਾਮਲਾ ਚੋਣਾਂ ਲਈ ਤਾਂ ਓਨਾ ਅਹਿਮ ਨਹੀਂ ਰਹਿ ਗਿਆ, ਪਰ ਇਸ ਦੀ ਭਾਵੁਕ ਅਹਿਮੀਅਤ ਹਾਲੇ ਵੀ ਬਹੁਤ ਹੈ। ਇਹ ਪਹਿਲੀ ਵਾਰ ਹੋਇਆ ਕਿ ਹਰਿਆਣੇ ਦੇ ਕਿਸੇ ਆਗੂ ਨੇ ਚੰਡੀਗੜ੍ਹ ਉੱਤੇ ਇਸ ਰੂਪ ਵਿੱਚ ਹੱਕ ਜਤਾਇਆ ਹੈ। ਹੁਣ ਤੱਕ ਅਜਿਹੀ ਬਿਆਨਬਾਜ਼ੀ ਪੰਜਾਬ ਦੇ ਆਗੂ ਤਾਂ ਕਰਦੇ ਰਹੇ ਨੇ, ਪਰ ਹਰਿਆਣਵੀ ਆਗੂ ਇਸ ਲਹਿਜੇ ਤੋਂ ਗੁਰੇਜ਼ ਕਰਦੇ ਰਹੇ ਨੇ। ਹਰਿਆਣਾ ਦੇ ਮੁੱਖ ਮੰਤਰੀ ਨੇ ਨਵੇਂ ਚੰਡੀਗੜ੍ਹ ਨਾਲ ਨਵਾਂ ਮੁੱਦਾ ਜੋੜ ਦਿੱਤਾ ਹੈ। ਨਤੀਜੇ ਵਜੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਵਾਬੀ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ। ਹੁਣ ਨਵੇਂ ਚੰਡੀਗੜ੍ਹ ਦੇ ਹਵਾਲੇ ਨਾਲ ਅਸਲੀ ਚੰਡੀਗੜ੍ਹ ਦਾ ਮੁੱਦਾ ਵੀ ਨਵਾਂ ਹੋ ਗਿਆ ਹੈ। ਵੇਖਣਾ ਇਹ ਹੈ ਕਿ ਇਹ ਮੁੱਦੇ ਕਿੰਨੇ ਕੁ ਅਸਲੀ ਨੇ ਤੇ ਕਿੰਨੇ ਕੁ ਨਵੇਂ। ਇਹਨਾਂ ਹੀ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਦਲਜੀਤ ਸਿੰਘ ਚੀਮਾ, ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ, ਆਰ ਭਾਰਦਵਾਜ, ਜੋ ਕਾਂਗਰਸ ਦੇ ਆਗੂ ਨੇ, JK ਗੁਪਤਾ, ਜੋ ਸ਼ਹਿਰੀ ਵਿਕਾਸ ਅਤੇ ਵਿਉਂਤਬੰਦੀ ਦੇ ਮਾਹਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਚੀਮਾ ਜੀ, ਹੁੱਡਾ ਸਾਹਿਬ ਨੇ ਜਿਹੜੀ ਸਲਾਹ ਦਿੱਤੀ ਹੈ ਕਿ ਜੇ ਤੁਸੀਂ ਨਵਾਂ ਚੰਡੀਗੜ੍ਹ ਵਸਾ ਲਿਆ ਹੈ ਤੇ ਹੁਣ ਜਿਹੜਾ ਅਸਲੀ ਚੰਡੀਗੜ੍ਹ ਆ ਉਹ ਹਰਿਆਣੇ ਨੂੰ ਦੇ ਦਿਓ, ਕੀ ਕਹੋਗੇ? ਦੇਖੋ, ਮੈਂ ਸਮਝਦਾ ਕਿ ਹੁੱਡਾ ਸਾਹਿਬ ਬੜੇ ਸੀਨੀਅਰ ਲੀਡਰ ਹੈ, ਪਰ ਜਿਹੜਾ ਉਹਨਾਂ ਦਾ ਬਿਆਨ ਹੈ ਬਹੁਤ ਹੀ ਗੈਰ ਜ਼ਿੰਮੇਵਾਰਾਨਾ, ਕਿਉਂਕਿ ਇਹ ਗੱਲ ਕਰਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਪਹਿਲਾਂ ਤੋਂ ਬਹੁਤ ਭਾਰੀ ਸੱਟ ਵੱਜੀ ਹੋਈ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਾ ਕਰਕੇ ਮੁਕੰਮਲ ਤੌਰ 'ਤੇ ਬਹੁਤ ਵੱਡੀ ਬੇਇਨਸਾਫੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਕੀਤੀ ਹੋਈ। ਉਹਨਾਂ ਨੇ ਇਹ ਗੱਲ ਕਰਕੇ ਜਿਹੜੇ ਸਾਡੇ ਜ਼ਖਮ ਅੱਲੇ ਸੀ ਉਹਨਾਂ 'ਤੇ ਹੋਰ ਨਮਕ ਛਿੜਕਣ ਦਾ ਜਿਹੜਾ ਕੰਮ ਹੈ ਉਹ ਕੀਤਾ, ਕਿਉਂਕਿ ਨਵਾਂ ਚੰਡੀਗੜ੍ਹ ਤੇ ਪੁਰਾਣਾ ਚੰਡੀਗੜ੍ਹ ਦੋਨਾਂ ਦਾ ਆਪੋ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜੇ ਤੁਸੀਂ ਲਾਓ ਤਾਂ ਕੋਈ ਸਬੰਧ ਨਹੀਂ। ਇਸ ਨਾਂ ਤੋਂ ਬਿਨਾਂ ਹੋਰ ਕੋਈ ਆਪਸ ਵਿੱਚ ਕੋਈ ਰਾਬਤਾ ਨਹੀਂ, ਕਿਉਂਕਿ ਪੰਜਾਬ ਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ, ਲੋਕਾਂ ਨੇ ਸੰਵਿਧਾਨ ਦੇ ਵਿੱਚ ਉਹਨੂੰ ਹੱਕ ਦਿੱਤਾ। ਜਿਸ ਤਰੀਕੇ ਆਪਣੇ ਹੱਕ ਦੀ ਵਰਤੋਂ ਕਰਦਿਆਂ ਉਹ ਪੰਜਾਬ ਦੇ ਵਿੱਚ ਅਗਰ ਕਿਸੇ ਵੀ ਪੰਜਾਬ ਦੇ ਏਰੀਏ ਨੂੰ ਡਿਵੈਲਪ ਕਰਨਾ ਚਾਹੁੰਦੀ ਹੈ, ਜਿਸ ਤਰ੍ਹਾਂ ਵੀ ਕਰਨਾ ਚਾਹੁੰਦੀ ਹੈ, ਉਹਦੇ 'ਤੇ ਹਰਿਆਣੇ ਦੀ ਟਿੱਪਣੀ ਜਿਹੜੀ ਹੈ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ। ਅਗਰ ਤਾਂ ਅਸੀਂ ਹਰਿਆਣੇ ਦਾ ਕੋਈ ਹਿੱਸਾ ਕਬਜ਼ਾ ਕਰਕੇ ਉਹਦੇ 'ਤੇ ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜ਼ਰੂਰ ਉਹਨਾਂ ਦਾ ਕਹਿਣਾ ਜਿਹੜਾ ਉਹ ਠੀਕ ਹੁੰਦਾ, ਪਰ ਆਪਣੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਆਪਣੀ ਟੈਰੀਟਰੀ ਦੇ ਵਿੱਚ ਲੋਕਾਂ ਦੇ ਜਿਹੜਾ ਦਿੱਤਾ ਹੋਇਆ ਫਤਵਾ
ਉਹਦੇ ਹੱਕ ਦੇ ਮੁਤਾਬਕ ਅਗਰ ਸਰਕਾਰ ਕੋਈ ਅੱਛਾ ਇੱਕ ਨਵਾਂ ਸ਼ਹਿਰ ਵਸਾਉਣਾ ਚਾਹੁੰਦੀ ਹੈ, ਚੰਡੀਗੜ੍ਹ ਨੂੰ ਮਾਡਲ ਮੰਨ ਕੇ ਉਸ ਤੋਂ ਬੈਟਰ ਸਹੂਲਤਾਂ ਲੰਬਾ ਸੋਚ ਕੇ ਦੇਣੀਆਂ ਚਾਹੁੰਦੀ ਹੈ, ਤਾਂ ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਬਹੁਤ ਮੰਦਭਾਗਾ ਜੀ। ਭਾਰਦਵਾਜ ਜੀ, ਤੁਹਾਡੇ ਲਈ ਧਰਮ ਸੰਕਟ ਖੜਾ ਹੋ ਗਿਆ ਕਿ ਹੁਣ ਤੁਸੀਂ ਬਤੌਰ ਪੰਜਾਬੀ ਗੱਲ ਕਰੇਂਗੇ ਜਾਂ ਬਤੌਰ ਕਾਂਗਰਸੀ ਆਗੂ ਗੱਲ ਕਰੇਂਗੇ, ਕੀ ਕਹਿਣਾ ਚਾਹੋਗੇ? ਨਹੀਂ, ਮੈਂ ਬਿਲਕੁਲ ਇਸ ਚੀਜ਼ ਨਾਲ ਸਹਿਮਤ ਹਾਂ ਚੀਮਾ ਸਾਹਿਬ ਨਾਲ ਕਿ ਹੁੱਡਾ ਸਾਹਿਬ ਦਾ ਹਰਿਆਣੇ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਲੌਂਗੋਵਾਲ ਜਿਹੜਾ ਸਮਝੌਤਾ ਹੋਇਆ ਸੀ ਉਹਦੇ ਵਿੱਚ ਵੀ ਕਲੀਅਰ ਹੋਇਆ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਜੀ ਔਰ ਚੰਡੀਗੜ੍ਹ ਪੰਜਾਬ ਦਾ ਬਿਲਕੁਲ ਪੱਕਾ ਹਿੱਸਾ ਹੈ ਜੀ ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਜੇ ਪੰਜਾਬ ਸਰਕਾਰ ਕੋਈ ਨਾ ਕਿਸੇ ਨਵੇਂ ਸ਼ਹਿਰ ਦਾ ਰੱਖਣਾ ਚਾਹੁੰਦੀ ਹੈ, ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਇਸ ਤਰ੍ਹਾਂ ਸੋਚੇਗਾ ਕਿ ਉਸ ਦੇ ਨਾਲ ਕੋਈ ਹਰਿਆਣਾ ਸਰਕਾਰ ਦਾ ਨੁਕਸਾਨ ਹੋਇਆ ਜਾਂ ਠੇਸ ਪਹੁੰਚੀ ਹੈ ਜਾਂ ਉਹਨਾਂ ਦੀ ਦਾਅਵੇਦਾਰੀ ਜਾਂ ਜੋ ਵੀ ਹੈ ਉਹਨਾਂ ਦੀ ਦਾਅਵੇਦਾਰੀ ਹੋਰ ਕਮਜ਼ੋਰ ਹੁੰਦੀ ਹੈ, ਪੰਜਾਬ ਦੀ ਮਜ਼ਬੂਤ ਹੁੰਦੀ ਹੈ। ਇਹ ਤਾਂ ਗੱਲ ਬਿਲਕੁਲ ਅਨਰੀਜ਼ਨੇਬਲ ਹੈ ਜੀ। ਇਸ ਮੁੱਦੇ ਬਾਰੇ ਤਾਂ ਮੈਂ ਸਮਝਦਾ ਕਿ ਕੋਈ ਡਿਬੇਟ ਕਰਨ ਦੀ ਔਰ ਲੰਬੀ ਚੌੜੀ ਗੱਲ ਕਰਨ ਦੀ ਲੋੜ ਵੀ ਨਹੀਂ ਹੈ ਜੀ। ਕਿਉਂਕਿ ਹੁੱਡਾ ਸਾਹਿਬ ਨੇ ਜਿਸ ਲਹਿਜੇ ਨਾਲ ਕਹੀ ਹੈ, ਪੰਜਾਬ ਦੇ ਵਿੱਚ ਕਿਤੇ ਵੀ ਇਹਨੂੰ ਸੀਰੀਅਸਲੀ ਨਹੀਂ ਲਿਆ ਗਿਆ ਜੀ ਔਰ ਨਾ ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ। ਚਲੋ ਆਪਾਂ ਇਹਨੂੰ ਬਿਲਕੁਲ ਸੀਰੀਅਸਲੀ ਨਹੀਂ ਲੈਂਦੇ। ਆਪਾਂ ਅਗਲੀ ਗੱਲ ਇਹ ਕਰਦੇ ਹਾਂ ਕਿ ਅੱਜ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਹੈ ਉਹਦੀ ਵਰਸੀ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਅੱਜ ਦੇ ਦਿਨ ਇਹਦੇ ਬਾਰੇ ਤਾਂ ਗੱਲ ਕਰਨੀ ਬਣਦੀ? ਇਹਦੇ ਬਾਰੇ ਗੱਲ ਕਰਨੀ ਬਣਦੀ ਹੈ। ਮੈਂ ਕਹਿੰਦਾ ਗੱਲ ਸਿਰਫ ਗੱਲ ਕਰਨ ਨਾਲ ਕੰਮ ਨਹੀਂ ਚੱਲਦਾ, ਇਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜੀ। ਔਰ ਹੁਣ ਕੀ ਕਾਰਵਾਈ ਹੋਣੀ ਚਾਹੀਦੀ ਹੈ? ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਵੀ ਹੈ। ਦੇਖੋ, ਜਿਹੜਾ ਸਮਝੌਤਾ ਹੋਇਆ ਸੀ ਉਸ ਸਮਝੌਤੇ ਦੇ ਮੁਤਾਬਿਕ ਕਾਰਗੁਜ਼ਾਰੀ ਪੂਰੀ ਹੋਣੀ ਚਾਹੀਦੀ ਹੈ ਔਰ ਜੇ ਮੌਜੂਦਾ ਸਰਕਾਰ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ, ਇਹਨਾਂ ਨੂੰ ਹੁਣ 5-6 ਸਾਲ ਹੋ ਗਏ ਸਰਕਾਰ ਚਲਾਉਂਦੇ ਹੋਏ। ਮੈਂ ਸਮਝਦਾ ਕਿ ਇਸ ਮੁੱਦੇ ਬਾਰੇ ਇਹਨਾਂ ਨੂੰ ਹੋਰ ਸੀਰੀਅਸਲੀ ਕੰਮ ਕਰਨਾ ਚਾਹੀਦਾ ਸੀ ਔਰ ਇਸ ਬਾਰੇ ਕੋਈ ਨਾ ਕੋਈ ਫੈਸਲਾ ਕਰਵਾਉਣਾ ਚਾਹੀਦਾ ਸੀ। ਜੀ, ਇੱਕ ਸੰਖੇਪ ਟਿੱਪਣੀ ਇਸੇ ਮੁੱਦੇ ਤੇ। ਕਿਸ ਮੁੱਦੇ ਤੇ? ਇਸੇ ਮੁੱਦੇ ਦੇ ਉੱਤੇ ਕਿ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਹੈ ਅੱਜ ਉਹਦੀ ਵਰਸੀ ਵੀ ਹੈ, ਤੇ ਉਹਦੇ ਤਹਿਤ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦਿੱਤਾ ਜਾਣਾ ਸੀ। ਹੁਣ ਜਦੋਂ ਨਵੇਂ ਚੰਡੀਗੜ੍ਹ ਤੇ ਅਸਲੀ ਚੰਡੀਗੜ੍ਹ ਦੀ ਗੱਲ ਹੋ ਰਹੀ ਹੈ ਤੇ ਇਹ ਮੁੱਦੇ ਤੇ ਵੀ ਗੱਲ ਹੋਣੀ ਦੇਖੋ, ਚਾਹੀਦੀ ਹੈ। ਵੈਸੇ ਤਾਂ ਵਾਰ-ਵਾਰ ਇਹ ਮੰਗ ਰੱਖ ਰਹੇ ਹਾਂ ਕਿ ਦੇਸ਼ ਦੇ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਨ ਨਹੀਂ, ਕਿੰਨੀਆਂ ਸਟੇਟਾਂ ਪੰਜਾਬ ਤੋਂ ਬਾਅਦ ਵੀ ਬਣੀਆਂ ਜੀ। ਜਿੰਨੀਆਂ ਵੀ ਸਟੇਟਾਂ ਬਣੀਆਂ, ਹਮੇਸ਼ਾ ਜਿਹੜੀ ਨਵੀਂ ਸਟੇਟ ਹੈ ਉਹਨੂੰ ਨਵਾਂ ਇਨਫਰਾਸਟ੍ਰਕਚਰ ਤਿਆਰ ਕਰਕੇ ਦਿੱਤਾ ਜਾਂਦਾ, ਉਹਨੂੰ ਨਵੀਂ ਕੈਪੀਟਲ ਜਿਹੜੀ ਹੈ ਉਹਦੇ ਵਾਸਤੇ ਜਗ੍ਹਾ, ਉਹਦੇ ਵਾਸਤੇ ਮਦਦ ਦਿੱਤੀ ਜਾਂਦੀ। ਕੋਈ ਵੀ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਇੰਨੀਆਂ ਸਟੇਟਾਂ ਬਣੀਆਂ ਕਿ ਪੁਰਾਣੀ ਸਟੇਟ ਕੋਲੇ ਹਮੇਸ਼ਾ ਜਿਹੜੀ ਕੈਪੀਟਲ ਉਹ ਰਹਿੰਦੀ ਹੈ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਸੀ, ਜਿਹੜੀ ਹੁੱਡਾ ਸਾਹਿਬ ਨੇ ਜੇ ਨਾਲ ਹੀ ਗੱਲ ਤੇ ਜਿਹੜੀ ਗੱਲ ਛੇੜੀ, ਇਹ ਤਾਂ ਇੰਨਾ ਸ਼ੁਕਰ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਪਿੰਡ ਹੈ ਹਰਿਆਣਾ ਜੀ, ਹੁਸ਼ਿਆਰਪੁਰ ਦੇ ਵਿੱਚ। ਉਹ ਨਵੇਂ ਚੰਡੀਗੜ੍ਹ ਚ ਆ ਗਿਆ ਹੁਣ। ਬਹੁਤ ਪੁਰਾਣਾ ਉਹ ਪਿੰਡ ਵਸਿਆ ਹੋਇਆ, ਜਿਹੜਾ ਹਰਿਆਣਾ ਤਾਂ 1966 ਚ ਬਣਿਆ ਜੀ। ਤੇ ਜੇ ਹੁੱਡਾ ਸਾਹਿਬ ਦਾ ਲੌਜਿਕ ਮੰਨ ਲਈਏ ਤੇ ਉਹ ਹਰਿਆਣਾ ਪਿੰਡ ਵਾਲੇ ਨਾ ਕਿਤੇ ਕਹਿ ਦਿੰਦੇ ਪਏ ਕੱਲ ਨੂੰ ਤੁਸੀਂ ਹਰਿਆਣਾ ਸਟੇਟ ਦਾ ਨਾਮ ਕਿਉਂ ਰੱਖਿਆ ਹੋਇਆ। ਨਾਮ ਤਾਂ ਬਹੁਤ ਵਾਰੀ ਜਿਹੜੇ ਆ ਉਹ ਸੇਮ ਨਾਮ ਹੁੰਦੇ ਆ, ਕਿਸੇ ਚੀਜ਼ ਤੋਂ ਉਤਸ਼ਾਹਿਤ ਹੋ ਕੇ ਵੀ ਨਾਂ ਰੱਖੇ ਜਾਂਦੇ ਆ। ਪਰਮਾਤਮਾ ਦੇ ਨਾਂ ਦੇ ਉੱਤੇ ਵੀ ਲੋਕਾਂ ਨੇ ਆਪਣੇ ਨਾਂ ਰੱਖੇ ਹੋਇਆ। ਇਸ ਕਰਕੇ ਇਹ ਜਿਹੜਾ ਵਿਵਾਦ ਹੈ ਇਹਨਾਂ ਦਾ ਬਿਲਕੁਲ ਹੀ ਕਿਸੇ ਤਰੀਕੇ ਵੀ ਜਿਹੜਾ ਆਪਾਂ ਇਹਨੂੰ ਇਸੇ ਲਹਿਜੇ ਦਾ ਜਿਸ ਲਹਿਜੇ 'ਚ ਤੁਸੀਂ ਜਵਾਬ ਦਿੱਤਾ, ਇਸੇ ਲਹਿਜੇ ਦਾ ਹੀ ਉਹਨਾਂ ਦਾ ਜਵਾਬ ਵੀ ਮੰਨ ਸਕਦੇ ਹਾਂ। ਗੁਪਤਾ ਜੀ, ਇਹ ਤਾਂ ਹੋ ਗਈ ਸਿਆਸਤ ਦੀ ਗੱਲ, ਕੀ ਬਣਨਾ ਚਾਹੀਦਾ ਹੈ, ਉਹ ਕੀ ਨਾਂ ਰੱਖਿਆ ਜਾਣਾ ਚਾਹੀਦਾ, ਚੰਡੀਗੜ੍ਹ ਮਿਲਣਾ ਚਾਹੀਦਾ। ਪਰ ਜੇ ਆਪਾਂ ਟਾਊਨ ਪਲਾਨਿੰਗ ਦੇ ਪੱਖ ਤੋਂ ਦੇਖੀਏ, ਇਸ ਵੇਲੇ ਜੋ ਨਵਾਂ ਚੰਡੀਗੜ੍ਹ ਵਸਾਇਆ ਜਾ ਰਿਹਾ, ਉਹਦੇ ਲਈ ਕਿਹੜੇ ਨੁਕਤੇ ਅਹਿਮ ਨੇ ਜਿਨ੍ਹਾਂ ਦੇ ਉੱਤੇ ਠੋਸ ਗੱਲਬਾਤ ਹੋਣੀ ਚਾਹੀਦੀ ਹੈ? ਅਗਰ ਤੁਸੀਂ ਇਸ ਸਾਰੇ ਕੰਟੈਕਸਟ ਨੂੰ ਦੇਖੋ, ਇੱਕ ਤੇ ਪੋਲੀਟੀਕਲ ਐਂਗਲ ਜਿਹੜੀ ਅਸੀਂ ਡਿਸਕਸ ਕੀਤਾ ਹੈਗਾ, ਦੂਸਰਾ ਪ੍ਰੋਫੈਸ਼ਨਲ ਐਂਗਲ ਹੈ ਜੀ। ਪ੍ਰੋਫੈਸ਼ਨਲ ਐਂਗਲ ਦੇ ਨਾਲ ਅੱਜ ਜੋ ਸਿਸਟਮ ਹੈ ਉਹਦੇ 'ਚ ਦੋ ਹੀ ਆਪਸ਼ਨਸ ਨੇ, ਜਾਂ ਪਲਾਨ ਡਿਵੈਲਪਮੈਂਟ ਹੈ ਜਾਂ ਅਨਪਲਾਨ ਡਿਵੈਲਪਮੈਂਟ ਹੈਗਾ ਜੀ। ਸੋ ਜਿਹੜਾ ਪੰਜਾਬ ਦਾ ਉਪਰਾਲਾ ਬੇਸਿਕਲੀ ਇਹ ਪਲਾਨ ਡਿਵੈਲਪਮੈਂਟ ਦਾ ਹੈਗਾ ਜੀ। ਲੇਕਿਨ ਪਲਾਨ ਡਿਵੈਲਪਮੈਂਟ ਕਿੱਥੇ ਹੋਣੀ ਚਾਹੀਦੀ ਹੈ, ਮੁੱਦਾ ਜਿਹੜਾ ਬੜਾ ਅਹਿਮ ਹੈਗਾ ਜੀ। ਅਨਫੋਰਚੂਨੇਟਲੀ ਪੰਜਾਬ 'ਚ ਕੋਈ ਵੀ ਹਲੇ ਅਰਬਨਾਈਜੇਸ਼ਨ ਪਾਲਿਸੀ ਨਹੀਂ ਹੈਗੀ ਕਿ ਇਹ ਡਿਵੈਲਪਮੈਂਟ ਕਿੱਥੇ ਜਾਣੀ ਚਾਹੀਦੀ ਹੈ। ਪੰਜਾਬ ਇੱਕ ਕ੍ਰਿਸ਼ੀ ਪ੍ਰਧਾਨ ਸਟੇਟ ਹੈਗਾ, ਪੰਜਾਬ ਦੀ 84% ਜਿਹੜੀ ਹੈ ਏਰੀਆ ਐਗਰੀਕਲਚਰ 'ਚ ਹੈਗਾ ਔਰ ਪੰਜਾਬ ਦੀ ਸਾਰੀ ਇਕਨੋਮੀ ਜਿਹੜੀ ਹੈ ਐਗਰੀਕਲਚਰ ਨਾਲ ਰਿਲੇਟਡ ਹੈ। ਅਗਰ ਪੰਜਾਬ ਐਗਰੀਕਲਚਰ ਲੈਂਡ ਨੂੰ ਪ੍ਰੀਜ਼ਰਵ ਨਹੀਂ ਕਰੇਗਾ ਜੀ, ਪੰਜਾਬ ਇਜ਼ ਹੈਡਿੰਗ ਫॉर ਅ ਡਿਜ਼ਾਸਟਰ ਜੀ। ਔਰ ਇਹ ਜਿਹੜੀ ਅਰਬਨਾਈਜੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਹੈ, ਅੱਜ ਜ਼ਮੀਨ ਜਿਹੜੀ ਹੈ ਕਮੋਡਿਟੀ ਹੋ ਗਈ ਹੈ ਜੀ। ਅਰਬਨਾਈਜੇਸ਼ਨ ਜਿਹੜੀ ਹੈ, ਅਗਰ ਅਰਬਨਾਈਜੇਸ਼ਨ ਹੈਗੀ ਹੈ ਕੋਈ ਪ੍ਰੋਬਲਮ ਨਹੀਂ,
ਜੀ। ਇਟ ਆਲਵੇਜ਼ ਪ੍ਰਮੋਟਸ ਇਕਨੋਮੀ। ਦੁਨੀਆ ਦੇ ਵਿੱਚ ਜਿੰਨੇ ਅਰਬਨਾਈਜੇਸ਼ਨ ਹੋਈ ਹੈ ਉਹ ਇਕਨੋਮਿਕ ਡਿਵੈਲਪਮੈਂਟ ਨਾਲ ਰਿਲੇਟਡ ਹੈ। ਜੀ। ਪਰ ਅਗਰ ਅਰਬਨਾਈਜੇਸ਼ਨ ਇਹ ਸਪੈਕੂਲੇਸ਼ਨ ਨਾਲ ਰਿਲੇਟਡ ਹੋ ਜਾਂਦੀ ਹੈ, ਜੀ ਇਹ ਲੈਂਡ ਦੇ ਨਾਲ ਰਿਲੇਟ ਹੋ ਜਾਂਦੀ ਹੈ। ਅਨਫੋਰਚੂਨੇਟਲੀ ਕੀ ਹੋਇਆ, ਲੈਂਡ ਹੈਜ਼ ਬਿਕਮ ਏ ਕਮੋਡਿਟੀ ਨਾਓ। ਜੀ ਔਰ ਗਾਂਧੀ ਜੀ ਨੇ ਕਿਹਾ ਸੀ ਜਿਸ ਵੇਲੇ ਲੈਂਡ ਇੱਕ ਕਮੋਡਿਟੀ ਦੀ ਤਰ੍ਹਾਂ ਟ੍ਰੇਡ ਹੋਏਗੀ ਉਸ ਵੇਲੇ ਨੇਸ਼ਨ ਇਜ਼ ਹੈਡਿੰਗ ਫਾਰ ਏ ਡਿਜ਼ਾਸਟਰ। ਦੇਖੋ ਇਹ ਤੇ ਗੱਲ ਹਕੀਕਤ ਹੈ ਇਸ ਦੌਰ ਦੀ ਕਿ ਜ਼ਮੀਨ ਬਹੁਤ ਮਹਿੰਗੀ ਹੋ ਗਈ ਹੈ ਤੇ ਜ਼ਮੀਨ ਦੇ ਦੁਆਲੇ ਬਹੁਤ ਸਾਰੀ ਸਿਆਸਤ ਹੋ ਰਹੀ ਹੈ, ਖਿੱਚਤੂ ਹੋ ਰਹੀ ਹੈ, ਮਾਫੀਆ ਹੈ, ਸਿਆਸੀ ਸਰਪ੍ਰਸਤੀ ਦਾ ਵੀ ਮਸਲਾ ਹੈ ਤੇ ਇਸ ਇਲਾਕੇ ਦੇ ਵਿੱਚ ਉਹ ਸਾਰੇ ਮੁੱਦੇ ਡਿਸਕਸ ਕੀਤੇ ਜਾਂਦੇ ਰਹੇ ਨੇ। ਪਰ ਜਦੋਂ ਜਿਹੜਾ ਇਹ ਸ਼ਹਿਰੀਕਰਨ ਹੈ ਇਹਦਾ ਰੁਝਾਨ ਲਗਾਤਾਰ ਚੱਲ ਰਿਹਾ, ਤਮਾਮ ਕਿਸਮ ਦੇ ਸਵਾਲਾਂ ਦੇ ਬਾਵਜੂਦ ਇਹਨੇ ਇਸੇ ਤਰੀਕੇ ਨਾਲ ਚੱਲਦੇ ਹੀ ਰਹਿਣਾ। ਪੰਜਾਬ ਵਰਗਾ ਜਿਹੜਾ ਉਹ ਮੈਂ ਡਿਫਰ ਕਰਾਂਗਾ ਜੀ। ਅਗਰ ਦੁਨੀਆ 'ਚ ਦੇਖਿਆ ਜਾਏ ਹਿੰਦੁਸਤਾਨ ਬੜਾ ਪੈਕਿਊਲਰ ਕੰਟਰੀ ਹੈ ਜੀ। ਸਾਡੇ ਕੋਲ ਸਿਰਫ 2.4% ਲੈਂਡ ਹੈ ਜੀ, 17% ਆਬਾਦੀ ਹੈ ਜੀ। ਮੇਰੀ ਗੱਲ ਸਮਝ ਰਹੇ ਹੋ? 2.4 ਅਗਰ 17% ਦੁਨੀਆ ਦੀ ਪੂਰੀ ਦੁਨੀਆ ਦੀ 17% ਆਬਾਦੀ ਹੈ, 17% ਹੀ ਸਾਡੇ ਕੋਲ ਲੈਂਡ ਹੋਣੀ ਚਾਹੀਦੀ ਸੀ ਤਾਂ ਕਿ ਰੈਸ਼ਨੈਲਿਟੀ ਰਹੇ ਜੀ। ਔਰ ਇਹ ਆਬਾਦੀ ਵੱਧਦੀ ਜਾ ਰਹੀ ਹੈ, ਜ਼ਮੀਨ ਸਟੈਂਡ। ਜਿਹਦਾ ਮਤਲਬ ਪ੍ਰੈਸ਼ਰ ਵੀ ਆਰ ਆਲਰੇਡੀ 1/7 ਆਫ ਆਰ ਰਿਕੁਆਇਰਮੈਂਟ ਆਫ ਲੈਂਡ ਜੀ। ਔਰ ਜੇ ਅਸੀਂ ਲੈਂਡ ਨੂੰ ਰੈਸ਼ਨਲਾਈਜ਼ ਨਾ ਕੀਤਾ, ਉਹਦੇ ਲੈਂਡ ਯੂਜ਼ ਨੂੰ ਨਾ ਕੀਤਾ ਜੀ ਤੇ ਅਸੀਂ ਉਹਨੂੰ ਐਗਰੀਕਲਚਰ ਤੋਂ ਨਾਨ ਐਗਰੀਕਲਚਰ ਲੈ ਰਹੇ ਹਾਂ ਜੀ। ਅਸੀਂ ਸਾਡੀ ਇਸ ਵੇਲੇ 120 ਕਰੋੜ ਆ, ਵੀ ਆਰ ਗੋਇੰਗ ਟੂ ਬੀ 150 ਕਰੋੜ ਫॉर ਨੈਕਸਟ 20 ਇਅਰਸ। ਜੀ। ਕਿੱਥੋਂ ਫੀਡਿੰਗ ਹੋਏਗੀ? ਹਿੰਦੁਸਤਾਨ ਅੱਧਾ ਭੁੱਖਾ ਮਰ ਜਾਏਗਾ ਅਗਰ ਅਰਬਨਾਈਜੇਸ਼ਨ। ਪਰ ਪਰ ਇਸ ਨਵੇਂ ਚੰਡੀਗੜ੍ਹ ਦੇ ਬਾਰੇ ਮੈਂ ਕਹਾਂਗਾ 61 ਸਕੁਅਰ ਕਿਲੋਮੀਟਰ ਏਰੀਆ, 6123 ਹੈਕਟੇਅਰ ਜ਼ਮੀਨ ਹੈਗੀ ਜਿਹੜੀ ਪਲਾਨ ਹੋ ਰਹੀ ਹੈ ਜੀ। 75% ਜ਼ਮੀਨ ਇਸ ਵੇਲੇ ਐਗਰੀਕਲਚਰ 'ਚ, ਮਤਲਬ 4500 ਹੈਕਟੇਅਰ ਜ਼ਮੀਨ ਜਿਹੜੀ ਹੈ ਦੈਟ ਇਜ਼ ਅੰਡਰ ਐਗਰੀਕਲਚਰ। ਇਹਦੇ ਵਿੱਚ ਹਾਂਜੀ, ਨਵਾਂ ਚੰਡੀਗੜ੍ਹ ਬਣੇਗਾ। ਇਹ ਜ਼ਮੀਨ ਜਿਹੜਾ ਮਾਸਟਰ ਪਲਾਨ ਬਣਿਆ 9.66%, ਦੈਟ ਮੀਨਸ ਸਿਰਫ 6 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਦੈਟ ਵਿਲ ਰਿਮੇਨ ਅੰਡਰ ਐਗਰੀਕਲਚਰ। 40 ਸਕੁਅਰ ਕਿਲੋਮੀਟਰ 10,000 ਏਕੜ ਜਿਹੜਾ ਦੈਟ ਵਿਲ ਗੋ ਆਊਟ ਆਫ ਦੀ ਐਗਰੀਕਲਚਰ। ਜੀ। ਆਰ ਵੀ ਹੈਡਿੰਗ ਫॉर ਦੈਟ ਕਾਈਂਡ ਪਰ ਆਫ? ਜਿਵੇਂ ਤੁਸੀਂ ਕਿਹਾ ਕਿ ਆਬਾਦੀ ਵੱਧ ਰਹੀ ਹੈ ਤੇ ਸ਼ਹਿਰੀਕਰਨ ਵੀ ਚੱਲ ਰਿਹਾ ਹੈ, ਪਸੰਦ ਹੋਵੇ ਜਾਂ ਨਾ ਪਸੰਦ ਹੋਵੇ, ਉਹ ਫਿਰ ਹੱਲ ਕੀ ਹੈ? ਹਾਲੇ ਵੀ ਕੰਪੈਕਟ ਸਿਟੀ ਹੋਣੀ ਚਾਹੀਦੇ ਨੇ ਜੀ। ਨਾ ਕਿ ਅਰਬਨਾਈਜੇਸ਼ਨ ਅਨਰੈਗੂਲੇਟਡ ਹੋਏ। ਕੰਪੈਕਟ ਸਿਟੀ ਹੋ ਜਾਣ ਦੇ ਮਤਲਬ ਕਿ ਮੰਜ਼ਲਾਂ ਵੱਧ ਬਣਨ। ਡੈਂਸਿਟੀ ਹੋਏ, ਕੰਪੈਕਟ ਹੋਣ। ਜੀ। ਹੋਇਆ ਕੀ ਹੈਗਾ, ਪੰਜਾਬ ਨੇ ਜਿਹੜਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਕਟ ਕੀਤਾ ਹੈ ਜੀ। ਇਹਦੇ ਨਾਲ ਇੱਕ ਬਹੁਤ ਗਲਤ ਕਨਸੈਪਟ ਕੀਤਾ ਹੈ। ਮਾਸਟਰ ਪਲਾਨ ਬਣਨਾ ਹੈ ਅੰਮ੍ਰਿਤਸਰ ਦਾ ਜੀ। 136 ਸਕੁਅਰ ਕਿਲੋਮੀਟਰ ਏਰੀਆ ਅੰਮ੍ਰਿਤਸਰ ਦਾ ਜੀ। 1360 ਸਕੁਅਰ ਕਿਲੋਮੀਟਰ ਏਰੀਆ ਪਲੈਨਿੰਗ ਏਰੀਆ ਡਿਕਲੇਅਰ ਹੋ ਗਿਆ ਜੀ। ਮਾਸਟਰ ਪਲਾਨ ਜਿਹੜਾ 1360 ਸਕੁਅਰ ਕਿਲੋਮੀਟਰ, ਮਤਲਬ 1360 ਸਕੁਅਰ ਕਿਲੋਮੀਟਰ ਏਰੀਆ ਇਜ਼ ਨਾਓ ਫॉर ਅਰਬਨਾਈਜੇਸ਼ਨ। ਸਿਮਿਲਰਲੀ ਇਨ ਕੇਸ ਆਫ ਲੁਧਿਆਣਾ ਜੀ 126 ਸਕੁਅਰ ਕਿਲੋਮੀਟਰ ਏਰੀਆ ਮਿਊਨਿਸਪਲ ਏਰੀਆ। ਜੀ। ਪੌਣਾ ਡਿਸਟ੍ਰਿਕਟ ਜਿਹੜਾ ਹੈਗਾ ਜੀ। 3/4 ਆਫ ਲੁਧਿਆਣਾ ਡਿਸਟ੍ਰਿਕਟ ਹੈਜ਼ ਬੀਨ ਪੁੱਟ ਅੰਡਰ ਪਲੈਨਿੰਗ ਏਰੀਆ। ਜੀ। ਮੋਹਾਲੀ ਡਿਸਟ੍ਰਿਕਟ ਸਾਰਾ ਹੀ ਜਿਹੜਾ ਹੈਗਾ ਦੈਟ ਇਜ਼ ਪਲੈਨਿੰਗ ਏਰੀਆ ਔਰ ਸਾਰਾ ਉਹਦੇ ਚ ਅਰਬਨਾਈਜੇਸ਼ਨ ਸਪਰੈਡ ਹੋ ਰਹੀ ਹੈ। ਮੋਹਾਲੀ ਦੇ ਵਿੱਚ ਸਾਰਿਆਂ ਨਾਲੋਂ ਵੱਧ ਸ਼ਹਿਰੀਕਰਨ ਹੋਇਆ, 59% ਹੋ ਗਿਆ ਪੰਜਾਬ ਦੇ ਵਿੱਚ। ਦੇਖੋ ਪੰਜਾਬ ਇਹਦੀ ਆਬਾਦੀ 45 ਲੱਖ ਇਕੱਠੀ ਗਈ ਹੈ ਜਿਹੜੀ ਜ਼ੁਰੋਂਗ ਨੇ ਕਿਹਾ ਬਾਈ 2056। ਜੀ। 45 ਲੱਖ ਆਦਮੀ ਕਨਸੈਂਟਰੇਟਡ ਹੈ। ਜੀ। ਮੈਂ ਇੱਕ ਰਿਕੁਐਸਟ ਕਰਾਂਗਾ ਪੰਜਾਬ ਨੂੰ, ਹਾਂਜੀ ਅਗਰ ਚੰਡੀਗੜ੍ਹ ਦੇ ਨਾਲ ਸਾਡਾ ਇੰਨਾ ਲਗਾਵ ਹੈ, ਚੰਡੀਗੜ੍ਹ ਵੀ ਹੈਵ ਟੂ ਪ੍ਰੀਜ਼ਰਵ ਐਂਡ ਕੰਜ਼ਰਵ, ਜੀ। ਫਿਰ ਕਿਉਂ ਆਲੇ ਦੁਆਲੇ ਚੰਡੀਗੜ੍ਹ ਦੇ ਅਸੀਂ ਬੰਦੇ ਇਕੱਠੇ ਕਰ ਰਹੇ ਹਾਂ? ਆਈ ਥਿੰਕ ਚੰਡੀਗੜ੍ਹ ਨੂੰ ਪ੍ਰੀਜ਼ਰਵ ਕਰਨਾ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਹੈ। ਔਰ ਪੰਜਾਬ ਚੂੰਕਿ ਕਮਿਟਡ ਹੈ ਚੰਡੀਗੜ੍ਹ ਨਾਲ, ਕਿਉਂਕਿ ਇਹ ਪੰਜਾਬ ਦਾ ਹੈਗਾ, ਇਹ ਹਰਿਆਣੇ ਦਾ ਕੋਈ ਮਤਲਬ ਨਹੀਂ। ਪੰਜਾਬ ਨੇ ਸਭ ਕੁਝ ਦਿੱਤਾ, ਰਿਸੋਰਸਿਸ ਲਗਾਏ ਨੇ ਔਰ ਪੰਜਾਬ ਦੀ ਦੇਣ ਹੈ। ਅਗਰ ਇਹ ਪੰਜਾਬ ਨਵਾਂ ਚੰਡੀਗੜ੍ਹ ਬਣਿਆ ਇਟ ਇਜ਼ ਬਿਕਾਜ਼ ਆਫ ਪੰਜਾਬ, ਨੋਬਡੀ ਐਲਸ। ਜੀ। ਵਾਈ ਪੰਜਾਬ ਇਜ਼ ਬ੍ਰਿੰਗਿੰਗ ਜੀ। ਮੋਹਾਲੀ 166 ਸਕੁਅਰ ਕਿਲੋਮੀਟਰ ਏਰੀਆ, 2.5 ਗੁਣਾ ਜ਼ਿਆਦਾ ਪੰਜਾਬ ਦੇ ਚੰਡੀਗੜ੍ਹ ਨਾਲ ਏਰੀਆ। ਜੀ। ਮੁੱਲਾਂਪੁਰ ਦਾ ਏਰੀਆ ਪੂਰਾ ਚੰਡੀਗੜ੍ਹ ਦੇ ਬਰਾਬਰ ਏਰੀਆ ਹੈਗਾ। ਜ਼ੀਰਕਪੁਰ ਦਾ ਅਲੱਗ ਦੇਖੋ, ਸਾਰੇ 5 ਪਲੈਨਿੰਗ ਏਰੀਆ ਨੇ ਜਿਹੜੇ ਇਸ ਡਿਸਟ੍ਰਿਕਟ ਨੇ। ਦੈਟ ਮੀਨਸ ਦ ਇੰਟਾਇਰ ਏਰੀਆ ਨੈਕਸਟ 30 to 40 ਈਅਰ 1 ਕਰੋੜ ਤੋਂ ਜ਼ਿਆਦਾ ਆਬਾਦੀ ਦੈਟ ਇਜ਼ ਪਲੈਨਡ ਇਨ ਦਿਸ ਏਰੀਆ। ਚੀਮਾ ਜੀ, ਜਿਹੜਾ ਚੰਡੀਗੜ੍ਹ ਦਾ ਸਾਡਾ ਤਜਰਬਾ ਪਿਛਲੇ 60 ਸਾਲ ਦਾ, ਚੰਡੀਗੜ੍ਹ ਪੂਰੀ ਦੁਨੀਆ ਦੇ ਸਾਰਿਆਂ ਨਾਲੋਂ ਬਿਉਂਤਬੰਦ ਸ਼ਹਿਰਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ। 60 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਇਹਦੀਆਂ ਉਗੜ ਕੇ ਸਾਹਮਣੇ ਆ ਗਈਆਂ ਜਿਸ ਕਿਸਮ ਨਾਲ ਇੱਥੇ ਆਬਾਦੀ ਆਈ ਹੈ। ਤੇ ਜਿਵੇਂ ਜ਼ਮੀਨ ਆ ਉਹ ਉਨੀ ਰਹਿਣੀ ਹੈ ਜਿੰਨੀ ਸਾਡੇ ਕੋਲ ਹੈਗੀ ਹੈ। ਤੇ ਸ਼ਹਿਰੀਕਰਨ ਦੇ ਜਿਹੜੇ ਨਵੇਂ ਮਸਲੇ ਨੇ, ਕੀ ਜਿਹੜਾ ਨਵਾਂ ਚੰਡੀਗੜ੍ਹ ਹੈ ਉਹਦੇ ਵਿੱਚ ਚਿਰਕਾਲੀ ਮਸਲਿਆਂ ਦਾ ਧਿਆਨ ਰੱਖਿਆ ਜਾ ਰਿਹਾ ਜਿਸ ਕਿਸਮ ਦੇ ਗੁਪਤਾ ਜੀ ਦੱਸ ਰਹੇ ਨੇ? ਦੇਖੋ, ਪਹਿਲੀ ਤੇ ਮੈਂ ਗੁਪਤਾ ਜੀ ਦੀ ਗੱਲ ਤੇ ਕਮੈਂਟ ਕਰਨੀ ਚਾਹਾਂਗਾ
ਵੀ ਸਾਡਾ ਮਾਈਂਡਸੈਟ ਇਹੋ ਜਿਹਾ ਬਣ ਗਿਆ ਵੀ ਜਦੋਂ ਅਸੀਂ ਟ੍ਰੇਨ ਚੜ੍ਹਨਾ ਹੁੰਦਾ ਉਦੋਂ ਤਾਂ ਸਾਨੂੰ ਸਾਰੀ ਟ੍ਰੇਨ ਖਾਲੀ ਲੱਗਦੀ ਹੈ ਜੀ ਜਦੋਂ ਅਸੀਂ ਆਪ ਚੜ੍ਹ ਜਾਂਦੇ ਫਿਰ ਬਾਰੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਕੋ ਹੋਰ ਨਾ ਚੜ੍ਹੇ। ਜੀ ਹੁਣ ਆਪ ਤਾਂ ਗੁਪਤਾ ਜੀ ਵੀ ਚੰਡੀਗੜ੍ਹ ਸੈਟਲ ਹੋ ਗਏ, ਬਾਕੀ ਵੀ ਸਾਰੇ ਸੈਟਲ ਹੋ ਗਏ। ਹੁਣ ਹੋਰ ਕੋਈ ਅੱਗੋਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਨਾ ਵਸੇ, ਇਹ ਅਸੀਂ ਹਮੇਸ਼ਾ ਹੀ ਸੋਚਦੇ ਹਾਂ। ਪਰ ਇਹ ਗੱਲ ਹੈ ਜੀ ਕਿ ਜਦੋਂ ਮੈਂ ਸਿਰਫ ਵਿੱਚ ਇੱਕੋ ਗੱਲ ਟੋਕਣੀ ਹੈ ਕਿ ਵੀ ਤੁਹਾਨੂੰ ਗੁਪਤਾ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਅੰਮ੍ਰਿਤਸਰ ਨੂੰ ਚੰਡੀਗੜ੍ਹ ਨਾ ਬਣਾਓ ਜਾਂ ਫਿਰੋਜ਼ਪੁਰ ਨੂੰ ਚੰਡੀਗੜ੍ਹ ਨਾ ਬਣਾਓ ਜਾਂ ਬਠਿੰਡੇ ਨੂੰ ਚੰਡੀਗੜ੍ਹ ਨਾ ਬਣਾਓ। ਉਹਨਾਂ ਨੇ ਬੇਸਿਕਲੀ ਜਿਹੜੀ ਹੈਗੀ ਹੈ ਚੰਡੀਗੜ੍ਹ ਦੀ ਜਿਹੜੀ ਟਰੇਨ ਜੀ ਉਹ ਇਸ ਤਰ੍ਹਾਂ ਦਾ ਸ਼ਹਿਰ ਬਣਾਉਣ ਵਾਸਤੇ ਬਹੁਤ ਅੱਛੀ ਹੈ। ਉਹਨਾਂ ਨੇ ਬੜਾ ਲੰਬਾ ਚੌੜਾ ਜਿਹੜਾ ਜ਼ਿਕਰ ਕੀਤਾ ਵੀ ਕਿੰਨੇ ਹਜ਼ਾਰ ਜਿਹੜੀ ਹੈ ਹੈਕਟੇਅਰ ਜਿਹੜੀ ਹੈ, ਲੇਕਿਨ ਇਹ ਸਾਰਾ ਚੰਡੀਗੜ੍ਹ ਦੇ ਨਾਲ ਕੰਢੀ ਦਾ ਇਲਾਕਾ। ਜੀ ਮੇਰੀ ਆਪਣੀ ਅਸੈਂਬਲੀ ਦੀ ਕੰਸਟੀਟੂਐਂਸੀ ਹੈ, 24 ਘੰਟੇ ਮੈਂ ਇਹਨਾਂ ਲੋਕਾਂ ਦੇ ਵਿੱਚ ਰਹਿਣਾ। ਇਹ ਏਕੜ ਜ਼ਰੂਰ ਨੇ ਲੇਕਿਨ ਨਾ ਤਾਂ ਧਰਤੀ ਹੇਠ ਪਾਣੀ ਹੈ ਜੀ, ਨਾ ਇੱਥੇ ਜਾਨਵਰਾਂ ਦੀ ਸਮੱਸਿਆ ਕਰਕੇ ਖੇਤੀ ਹੁੰਦੀ ਹੈ, ਨਾ ਇੱਥੇ ਉਸ ਲੈਵਲ ਦੀ ਜ਼ਮੀਨ ਹੈ ਕਿ ਜਿਹਦੇ 'ਚ ਉਪਜਾਊ ਕੁਝ ਅਸੀਂ ਜਿਹੜਾ ਉਹ ਸੋਚ ਸਕਦੇ ਹਾਂ। ਇਸ ਕਰਕੇ ਜੇ ਤੁਸੀਂ ਪੰਜਾਬ ਦੀ ਬਾਕੀ ਜਿਹੜੀ ਤੁਸੀਂ ਜਰਖੇਜ਼ ਭੂਮੀ ਹੈ ਤੇ ਇਹਨੂੰ ਚੰਡੀਗੜ੍ਹ ਦੀ ਨੂੰ ਕੰਪੇਅਰ ਕਰੋ ਤੇ ਅਰਬਨਾਈਜੇਸ਼ਨ ਵਾਸਤੇ ਉਹਦੇ ਨਾਲੋਂ ਇਹ ਫਾਰ ਬੈਟਰ ਜਗ੍ਹਾ ਹੈਗੀ ਜੀ। ਔਰ ਦੂਜੀ ਇਹ ਗੱਲ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਸ਼ਹਿਰ ਪਲਾਨ ਕਰਨਾ ਤਾਂ ਲੋਕੀ ਇਸ ਤਰ੍ਹਾਂ ਦੀ ਖੂਬਸੂਰਤੀ, ਇਸ ਤਰ੍ਹਾਂ ਦੇ ਕੁਦਰਤੀ ਮਾਹੌਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਚੰਗੇ ਸ਼ਹਿਰ ਦੇ ਵਾਸਤੇ ਜਿਹੜੀਆਂ ਪਸੰਦ ਹੁੰਦੀਆਂ ਨੇ, ਉਹ ਉਸ ਕੰਮ ਵਾਸਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਮੌਜੂਦ ਨੇ ਜੀ। ਔਰ ਜਿਹੜੀ ਗਵਰਨਮੈਂਟ ਦੀ ਪਲੈਨਿੰਗ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਲੰਬੀ ਸੋਚ ਕੇ ਬਣਾਇਆ ਜਾਏ, ਉਸੇ ਤਰ੍ਹਾਂ ਉਸ ਤੋਂ ਵੀ ਬੈਟਰ ਪਲੈਨਿੰਗ ਜਿਹੜੀ ਹੈ ਉਹ ਨਵੇਂ ਚੰਡੀਗੜ੍ਹ ਦੀ ਕੀਤੀ ਜਾ ਰਹੀ ਹੈ। ਇਹ ਨਹੀਂ ਕਿ ਉਹਦੇ 'ਚ ਹੈਜ਼ਰਡ ਜਾਂ ਕਮਾਈ ਕਰਨ ਵਾਸਤੇ ਕੋਈ ਇਸ ਤਰੀਕੇ ਦੀ ਜਿਹੜੀ ਹੈ ਗਰੋਥ ਕੀਤੀ ਜਾਏ ਕਿ ਜਿਹਦੇ ਨਾਲ ਕੱਲ੍ਹ ਨੂੰ ਨੁਕਸਾਨ ਹੋਵੇ। ਉੱਥੇ ਦੀਆਂ ਸੜਕਾਂ ਦਾ ਵੀ ਲੈਵਲ ਇਸ ਨਾਲ ਬੈਟਰ ਰੱਖਣ ਦੀ ਸੋਚਿਆ ਜਾ ਰਿਹਾ ਜੀ। ਉੱਥੇ ਦਾ ਐਜੂਕੇਸ਼ਨ ਦਾ ਵੀ ਵੱਖਰਾ 1700 ਕਿਲੋਮੀਟਰ 1700 ਜਿਹੜਾ ਹੈਗਾ ਏਕੜ ਦਾ ਏਰੀਆ ਰੱਖਿਆ ਜਾ ਰਿਹਾ। ਉੱਥੇ ਦਾ ਮੈਡੀਕਲ ਫੈਸਿਲਿਟੀਜ਼ ਵੀ ਜਿਹੜੀਆਂ ਬੈਸਟ ਹੋਣ ਉਹਦੇ ਵਾਸਤੇ ਵੀ ਵੱਖਰੀ ਪਲੈਨਿੰਗ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਰਹਿਣ ਵਾਸਤੇ ਵੀ ਅੱਛੀ ਪਲੈਨਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ। ਡੈਂਸਿਟੀ ਦਾ ਸਾਰਾ ਧਿਆਨ ਉਹਦਾ ਰੱਖਿਆ ਜਾ ਰਿਹਾ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਸ਼ਹਿਰਾਂ ਦੇ ਦੁਆਲੇ ਅਸੀਂ ਕਿੰਨੇ ਕਿਲੋਮੀਟਰ ਜਿਹੜੀ ਗੱਲ ਲੈ ਰਹੇ, ਮੈਂ ਸਮਝਦਾ ਕਿ ਪਹਿਲੀ ਵਾਰੀ ਹੈ ਕਿ ਕਿਸੇ ਗਵਰਨਮੈਂਟ ਨੇ ਮਾਸਟਰ ਪਲਾਨ ਬਣਾਉਣ ਦੀ ਸੋਚੀ ਹੈ ਜੀ। ਜੇ ਅੱਜ ਵੀ ਅਸੀਂ ਮਹੱਲੇ ਤੋਂ ਅਗਲੇ ਮਹੱਲਾ ਹੀ ਖੜਾ ਕਰਨਾ ਜੀ, ਇਹ ਜੇ 50 ਸਾਲ ਦਾ ਸੋਚਣਾ ਜਾਂ 100 ਸਾਲ ਦਾ ਸੋਚਣਾ ਤਾਂ ਪਲੈਨਿੰਗ ਤੁਹਾਨੂੰ ਅੱਜ ਕਰਨੀ ਪਏਗੀ। ਲੇਕਿਨ ਪਲਾਨ ਦਾ ਮਤਲਬ ਇਹ ਨਹੀਂ ਕਿ ਅਸੀਂ ਉੱਥੇ ਕੋਈ ਖੇਤੀ ਕਰਨੀ ਬੰਦ ਕਰ ਦਿੱਤੀ। ਜੇ ਉੱਥੇ 100 ਸਾਲ ਕੋਈ ਨਹੀਂ ਪਹੁੰਚਦਾ ਤਾਂ ਉੱਥੇ ਜਿਵੇਂ ਖੇਤੀ ਹੋ ਰਹੀ ਹੈ, ਬਾਕੀ ਕਾਰਜ ਹੋ ਰਿਹਾ, ਉਹਨਾਂ ਕਾਰਜਾਂ ਨੂੰ ਕਿਸੇ ਨੇ ਨਹੀਂ ਰੋਕਿਆ। ਲੇਕਿਨ ਤੁਹਾਨੂੰ ਅਲਟੀਮੇਟਲੀ ਪਤਾ ਹੈ ਕਿ ਅਰਬਨਾਈਜੇਸ਼ਨ ਹੋਰ ਵਧਣੀ ਹੈ, ਆਬਾਦੀ ਹੋਰ ਵਧਣੀ ਹੈ, ਉਹਦੇ ਮੁਤਾਬਿਕ ਤੁਹਾਨੂੰ ਲੋੜ ਪੈਣੀ ਹੈ ਤੇ ਤੁਸੀਂ ਅੱਜ ਦੇ ਹਾਲਾਤ ਦੀ ਬਜਾਏ ਇੱਕ ਅੱਛੀ ਪਲੈਨਿੰਗ ਲੌਂਗ ਟਰਮ ਦੀ ਅਗਰ ਅੱਜ ਕਰਦੇ ਹੋ ਤੇ ਕੁਦਰਤੀ ਗੱਲ ਹੈ ਕਿ ਉਹਦੇ ਵਾਸਤੇ ਤੁਹਾਨੂੰ ਈਅਰ ਮਾਰਕ ਏਰੀਆ ਕਰਨਾ ਪਏਗਾ ਕਿ ਆਉਣ ਵਾਲੇ ਸਮੇਂ 'ਚ ਇੰਡਸਟਰੀ ਕਿੱਥੇ ਜਾਏਗੀ, ਰੈਜ਼ੀਡੈਂਸ਼ੀਅਲ ਏਰੀਆ ਕਿੱਥੇ ਜਾਏਗਾ, ਐਜੂਕੇਸ਼ਨ ਇੰਸਟੀਟਿਊਸ਼ਨ ਕਿੱਥੇ ਜਾਣਗੀਆਂ, ਬਾਕੀ ਕਾਰੋਬਾਰ ਜਿਹੜਾ ਕਿਹੜੇ ਪਾਸੇ ਜਾਏਗਾ ਜੀ। ਇਸ ਕਰਕੇ ਮੈਂ ਤਾਂ ਸਮਝਦਾ ਕਿ ਜਿਹੜੀ ਹੈ ਇਹਦੀ ਜਿਹੜੀ ਹੈ ਬਹੁਤ ਲੋੜ ਪਹਿਲਾਂ ਸੀ ਜੀ, ਪਰ ਜੇ ਅਸੀਂ ਪਹਿਲਾਂ ਨਹੀਂ ਕਰ ਸਕੇ ਤੇ ਅੱਜ ਕੀਤੀ ਹੈ। ਜਦੋਂ ਕੀਤਾ ਦੇਰ ਆਏ ਤੇ ਦਰੁਸਤ ਆਏ। ਭਾਰਦਵਾਜ ਜੀ ਤੁਸੀਂ ਕੁਝ ਕਹਿਣ ਲੱਗੇ ਸੀ, ਫਿਰ ਮੈਂ ਗੁਪਤਾ ਮੈਂ ਕਹਿ ਰਿਹਾ ਸੀ ਜੀ ਕਿ ਇਹ ਜਿਹੜਾ ਨਵਾਂ ਚੰਡੀਗੜ੍ਹ ਨਾਂ ਹੈ ਨਾ, ਇਹ ਹੁਣ ਅਕਾਲੀ ਸਰਕਾਰ ਨੇ ਨਹੀਂ ਜੀ, ਅੱਜ ਤੋਂ 4 ਸਾਲ ਪਹਿਲੇ ਓਮੈਕਸ ਕੰਪਨੀ ਸੀ ਜੀ, ਉਹਨਾਂ ਨੇ ਜਿਹੜਾ ਆਪਣਾ ਕੰਪਲੈਕਸ ਡਿਵੈਲਪ ਕੀਤਾ ਉਹਦਾ ਨਾਂ ਰੱਖਿਆ ਸੀ ਨਵਾਂ ਚੰਡੀਗੜ੍ਹ ਜੀ। ਨਹੀਂ ਨਵਾਂ ਆਪਾਂ 4 ਸਾਲ ਪਿੱਛੇ ਨਾ ਜਾਈਏ, ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਦੋਂ ਨਹੀਂ ਮੈਂ ਹੋਰ ਗੱਲ ਹੋਈ ਸੀਗੀ। ਮੈਂ ਹੋਰ ਚੀਜ਼ ਕਹਿੰਦਾ ਕਿ ਅਕਾਲੀ ਸਰਕਾਰ ਨੇ ਓਮੈਕਸ ਤੋਂ ਇਹ ਨਵਾਂ ਚੰਡੀਗੜ੍ਹ ਨਾਂ ਲਿਆ ਹੈ ਜੀ। ਮੇਰਾ ਸਵਾਲ ਹੈ ਕਿ ਸਿਰਫ ਨਾ ਹੀ ਲਿਆ ਜਾਂ ਤੁਸੀਂ ਆਪ ਕਿਉਂ ਨਹੀਂ ਇਹਦੀ ਜਾਂ ਕੁਝ ਹੋਰ ਵੀ ਲਿਆ? ਸ਼ਾਬਾਸ਼ ਜਿਹੜੀ ਲੈਂਦੇ ਤੁਹਾਡੀ ਸਰਕਾਰ ਨੇ ਰੱਖਿਆ ਸੀ ਬਿਆਨ। ਨਹੀਂ, ਓਮੈਕਸ ਤੋਂ ਸਿਰਫ ਨਾ ਹੀ ਲਿਆ ਜਾਂ ਕੁਝ ਹੋਰ ਵੀ ਲਿਆ ਹੈ ਜੀ ਜੀ। दूसरी चीज़ ये है कि डिप्टी सीएम साहब ने ये कहा कि भाई मैं नवा चंडीगढ़ इस करके बना रहा कि चंडीगढ़ की बहुत समस्यावां होगी, ये समस्यावां का हल करने ਲਈ नवा चंडीगढ़ बनाना जरूरी है। उन्होंने चंडीगढ़ की समस्या का तो ध्यान है, पर वो समस्या अमृतसर, लुधियाना, जलंधर और पंजाब के होर शहरों में नहीं है। आज तो 4 साल पहले ਅਕਾਲੀ ਸਰਕਾਰ ਨੇ ਫੈਸਲਾ ਕੀਤਾ ਸੀ 15 ਅਰਬਨ ਸਟੇਟ ਡਿਵੈਲਪ ਕਰਨ ਲਈ ਜੀ। ਉਹਨਾਂ ਵਿੱਚੋਂ ਇੱਕ ਅਰਬਨ ਸਟੇਟ ਡਿਵੈਲਪ ਜ਼ੀਰਕਪੁਰ ਵੀ ਹੋਣੀ ਸੀ ਜੀ। ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਅਰਬਨ ਸਟੇਟ ਨੂੰ ਕਿਉਂ ਰੋਕ ਦਿੱਤਾ ਗਿਆ ਜੀ? ਕਿ ਉਹਨਾਂ ਅਰਬਨ ਸਟੇਟ ਬਣਾਉਣ ਨਾਲ ਪਲੈਨਡ ਡਿਵੈਲਪਮੈਂਟ ਨਹੀਂ ਹੋਣਾ ਸੀ ਜੀ? ਸਵਾਲ ਇਹ ਹੈ ਕਿ ਬਾਕੀ ਹੋਰ ਬੜੇ ਬੜੇ ਸ਼ਹਿਰ ਹੈ 1975 ਵਿੱਚ ਜੀ ਸਰਕਾਰ ਨੇ ਪਾਲਿਸੀ ਬਣਾਈ ਸੀ ਕਿ ਬੜੇ ਬੜੇ ਸ਼ਹਿਰਾਂ ਦੇ ਨਾਲ गुप्ता जी इस बात नाल एग्री करेंगे सैटेलाइट टाउन बनाने हैं। ये आज भी फाइलों के अंदर वो चीज़ पई हुई है। केड़ा सैटेलाइट टाउन बनाने की कोशिश की है सरकार ने जी, सिर्फ नवा चंडीगढ़ क्यों? क्वेश्चन है ये है वैसटेड इंटरस्ट। जिहड़ी ऑब्जेक्शन रेज हुई सी कि पॉलिटिशियन और अफसरां ने जमीन खरीदी हुई है जी,
ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਟਾਊਨਸ਼ਿਪ ਡਿਵੈਲਪ ਕੀਤਾ ਜਾ ਰਿਹਾ ਹੈ। ਜੀ ਚੰਡੀਗੜ੍ਹ ਦੀ ਲੋਕਾਂ ਨੂੰ ਸੁਵਿਧਾ ਦੇਣ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਜੇ ਸੁਵਿਧਾ ਦੇਣੀ ਹੁੰਦੀ, ਪੰਜਾਬ ਸਰਕਾਰ ਦੇ ਇੰਨੇ ਦਫ਼ਤਰ ਚੰਡੀਗੜ੍ਹ ਵਿੱਚ ਮੌਜੂਦ ਹੈ, ਜਿਸ ਕਰਕੇ ਇਸ ਸ਼ਹਿਰ ਵਿੱਚ ਇਤਨੇ ਲੋਕ ਔਰ ਗੱਡੀਆਂ ਆਉਂਦੀਆਂ, ਕੰਜੈਸ਼ਨ ਹੁੰਦਾ ਜੀ, ਹੈ। ਤੁਹਾਡੀ ਗੱਲ ਉਹ ਸਾਰੇ ਦਫ਼ਤਰ ਉੱਥੇ ਮੋਹਾਲੀ ਕਿਉਂ ਨਹੀਂ ਸ਼ਿਫਟ ਹੋਏ ਅੱਜ ਤੱਕ? ਜੀ ਜੇ ਇੰਨੀ ਗੱਲ ਸੀ, ਜੇ ਕੰਜੈਸ਼ਨ ਹੀ ਦੂਰ ਕਰਨਾ ਸੀ, ਜੀ ਜੇ ਮੈਡੀਕਲ ਫੈਸਿਲਿਟੀ ਦੇਣੀ ਸੀ, ਇੱਕ ਪੈਰਲਲ ਪੀਜੀਆਈ ਮੋਹਾਲੀ ਵਿੱਚ ਕਿਉਂ ਨਹੀਂ ਡਿਵੈਲਪ ਕੀਤਾ ਗਿਆ? ਜੀਰਕਪੁਰ ਦੇ ਵਿੱਚ ਅੱਜ 50 ਬੈੱਡ ਦਾ ਹਸਪੀਟਲ ਵੀ ਭਾਰਦਵਾਜ ਨਹੀਂ ਜੀ, ਹੈ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਗੁਪਤਾ ਜੀ, ਜੋ ਚੀਮਾ ਜੀ ਕਹਿ ਰਹੇ ਸੀ, ਤੁਸੀਂ ਉਸ ਬਾਰੇ ਟਿੱਪਣੀ ਕਰਨੀ ਚਾਹੋ ਤੇ ਜਲਦੀ ਸੰਖੇਪ ਜੀ ਟਿੱਪਣੀ ਕਰੋ, ਫਿਰ ਮੈਂ ਉਹਨਾਂ ਕੋਲ ਜਾਣਾ। ਮੈਂ ਚੀਮਾ ਸਾਹਿਬ ਦੇ ਨਾਲ ਇੱਕ ਕਲੈਰੀਫਾਈ ਕਰਨਾ ਚਾਹੁੰਦਾ ਕਿ ਮੈਂ ਕਿਸੇ ਨੂੰ ਰੋਕ ਨਹੀਂ ਰਿਹਾ ਚੰਡੀਗੜ੍ਹ ਆਉਣ ਤੋਂ। ਜੀ ਮੇਰੀ ਜਿਹੜੀ ਉੱਦਾਂ, ਮੈਂ ਬਿਲਕੁਲ ਪੰਜਾਬੀ ਹਾਂ ਔਰ ਮੇਰੀ ਜਨਮ ਪੰਜਾਬ ਦਾ ਹੈਗਾ। ਮੇਰੀ ਪੰਜਾਬ ਨਾਲ ਬਹੁਤ ਲਗਾਵ ਹੈਗਾ। ਮੈਂ ਬਟਾਲੇ ਤੋਂ ਹੈਗਾ ਜੀ। ਜੀ ਅੱਜ ਮੈਂ ਦੇਖਣਾ 217 ਟਾਊਨਸ ਨੇ ਸਾਰੇ ਸੈਂਸਸ ਦੇ ਮੁਤਾਬਕ ਕਿ ਚੰਡੀਗੜ੍ਹ ਹੀ ਪੰਜਾਬ ਕੋਲ ਇਨਵੈਸਟਮੈਂਟ ਵਾਸਤੇ ਰਹਿ ਗਿਆ। ਜਿਹੜੀ ਗੱਲ ਉਹਨਾਂ ਨੇ ਅੰਮ੍ਰਿਤਸਰ- ਕਹੀ ਆ ਕਿ ਵੀ ਚੰਡੀਗੜ੍ਹ ਦੇ ਲਾਗੇ ਵਾਲਾ ਜਿਹੜਾ ਏਰੀਆ ਹੈ ਉਹ ਸਾਰਿਆਂ ਨਾਲੋਂ ਢੁਕਵਾਂ ਇਲਾਕਾ, ਪਹਿਲਾਂ ਤਾਂ ਤੁਸੀਂ ਉਹਦੇ ਤੇ ਟਿੱਪਣੀ ਕਰੋ ਕਿ ਬਿਲਕੁਲ। ਉਹੀ ਹੈ। ਮੈਂ ਕਿਹੜਾ ਉਹ ਤੋਂ ਵਧੀਆ ਇਲਾਕਾ ਕਿਹੜਾ? ਨੋ, ਮੈਂ ਗੱਲ ਕਰਨਾ ਪਿਆ ਕਿ ਜਲੰਧਰ, ਲੁਧਿਆਣਾ ਦੇ ਵਿੱਚ ਪੰਜਾਬ ਦੀ 1/6 ਆਬਾਦੀ ਰਹਿੰਦੀ ਹੈ ਜੀ। ਅੰਮ੍ਰਿਤਸਰ 'ਚ ਤੇ ਇਹਨਾਂ ਦੋਨੋਂ ਰਲਾਤਾ ਜਾਏ ਪੰਜਾਬ ਦੀ ਅਰਾਊਂਡ 30% ਆਬਾਦੀ ਹੈ। ਦੋ, ਲੁਧਿਆਣੇ ਤੇ ਅੰਮ੍ਰਿਤਸਰ ਦੇ ਉਹਨਾਂ ਸ਼ਹਿਰਾਂ 'ਚ ਦੇਖ ਲਓ ਕੁਆਲਿਟੀ ਆਫ ਲਾਈਫ ਕੀ ਹੈ। ਜੀ ਲੁਧਿਆਣਾ ਅੱਜ ਗਵਰਨਮੈਂਟ ਸਮਝ ਲੇ, ਜੀ। ਜਿਸ ਦਿਨ ਲੁਧਿਆਣਾ ਕੋਲੈਪਸ ਹੋ ਜਾਏਗਾ, ਇਕਨੋਮੀ ਫੇਲ ਹੋ ਜਾਏਗੀ, ਪੰਜਾਬ ਵਿਲ ਹੈਡਿੰਗ ਫॉर ਅ ਡਿਜ਼ਾਸਟਰ ਲਾਈਕ, ਕਿਉਂਕਿ ਇਹਨਾਂ ਸਿਟੀਜ਼ ਦੀ ਜਿਹੜੀ ਇੰਪਲੀਕੇਸ਼ਨ ਹੈ ਇਹ ਲੋਕਲ ਨਹੀਂ ਹੈਗੀ। ਅੱਜ ਬੰਬੇ 'ਚ ਕੁਝ ਹੋ ਜਾਂਦਾ, ਸਾਰੇ ਕੰਟਰੀ ਦੀ 30% ਟੈਕਸ ਉੱਥੇ ਜਨਰੇਟ ਹੁੰਦਾ ਹੈ। ਜੀ ਅਗਰ ਪੰਜਾਬ ਨੂੰ ਇਕਨੋਮਿਕ ਡਰਾਈਵਰ ਚਾਹੀਦੇ ਹੈਗੇ ਨੇ, ਜੀ ਕਿਉਂ ਨਹੀਂ ਅੰਮ੍ਰਿਤਸਰ, ਕਿਉਂ ਨਹੀਂ ਲੁਧਿਆਣਾ, ਜਲੰਧਰ ਔਰ ਪਟਿਆਲਾ, 4 ਟਾਊਨਸ ਨੇ ਜਿਹੜੇ ਕਿ ਪੰਜਾਬ ਦੀ 50% ਅਰਬਨ ਪਾਪੂਲੇਸ਼ਨ ਨੂੰ ਕੰਟਰੋਲ ਕਰ ਰਹੇ ਨੇ। ਜੇ 4 ਸ਼ਹਿਰਾਂ ਦੇ ਵਿੱਚ ਅਸੀਂ ਇਨਫਰਾਸਟ੍ਰਕਚਰ, ਜਿਹੜੀ ਇਨਵੈਸਟਮੈਂਟ ਅਸੀਂ ਇੱਥੇ ਲਗਾ ਰਹੇ ਹਾਂ, ਵਿਚ ਹੈਜ਼ ਨੋ ਰੈਲੇਵੈਂਸ, ਹੂ ਆਰ ਗੋਇੰਗ ਟੂ, ਉਹ ਕੌਣ ਆਦਮੀ ਨੇ ਜਿਹੜੇ ਆ ਕੇ ਰਹਿਣਗੇ? ਕੀ ਅਸੀਂ ਪੰਜਾਬ ਤੋਂ ਮਾਈਗ੍ਰੇਸ਼ਨ ਕਰ ਰਹੇ ਹਾਂ? ਕਾ ਪੰਜਾਬੀ ਆ ਕੇ ਇੱਥੇ ਰਹਿਣਗੇ, ਜਾਂ ਅਸੀਂ ਉਹ ਜ਼ਮੀਨ ਨੂੰ ਸਪੈਕੂਲੇਸ਼ਨ ਵਾਸਤੇ ਕਰ ਰਹੇ ਹਾਂ? ਵੀ ਵਾਂਟ ਉਹ ਆਦਮੀ ਜਿਹੜੇ ਕਾਰੋਬਾਰ ਨੇ ਰਹਿ ਨੇ, ਉਹ ਆਪਣੇ ਦੇ ਰੂਟਸ ਕਿੱਥੇ ਨੇ ਜਿੱਥੋਂ ਰਹਿ ਗਏ ਨੇ? ਕਿਉਂ ਨਹੀਂ ਅਸੀਂ ਉਹਨਾਂ ਸਿਟੀਜ਼ ਨੂੰ ਇਨਵੈਸਟਮੈਂਟ ਕਰਕੇ ਡਿਵੈਲਪ ਕਰਕੇ ਔਰ ਪੰਜਾਬ ਨੂੰ ਇੱਕ ਬੜਾ ਖੁਸ਼ਹਾਲ ਸਟੇਟ ਬਣਾਈਏ, ਰਾਦਰ ਦੈਨ ਵੀ ਬ੍ਰਿੰਗ them near the Chandigarh, which have no relevance, which have no context for the state of Punjab so far as economic development ਚੀਮਾ ਜੀ, ਇਹ ਪੱਖ ਨੂੰ ਆਪਾਂ ਛੱਡ ਦਿੰਦੇ ਹਾਂ ਕਿਉਂਕਿ ਇਹ ਜ਼ਿਆਦਾ ਲੰਬਾ ਖੋਲ ਦੇਗਾ। ਮੇਰੇ ਕੋਲ ਟਾਈਮ ਬਿਲਕੁਲ ਸੰਖੇਪ ਹੈ। ਮੈਂ ਤਾਂ ਪਹਿਲੇ ਬਿਲਕੁਲ ਸੰਖੇਪ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। ਸਾਰੇ ਹੀ ਸ਼ਹਿਰਾਂ ਦੀਆਂ ਮਾਸਟਰ ਪਲਾਨ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਜੀ, ਔਰ ਮੇਰੇ ਤੋਂ ਕਹਿਣ ਤੋਂ ਪਹਿਲਾਂ ਗੁਪਤਾ ਜੀ ਨੇ ਆਪ ਹੀ ਜ਼ਿਕਰ ਕੀਤਾ ਵੀ ਕਿਹੜੇ ਸ਼ਹਿਰ ਦੇ ਦੁਆਲੇ ਕਿੰਨੇ ਕਿਲੋਮੀਟਰ ਦੀ ਮਾਸਟਰ ਪਲਾਨ ਜਿਹੜੀ ਬਣ ਰਹੀ ਹੈ ਜੀ। ਇਸ ਕਰਕੇ ਤੁਸੀਂ ਦੋ ਗੱਲਾਂ ਨਾ ਕਰੋ। ਇੱਕ ਤਾਂ ਤੁਸੀਂ ਕਹਿ ਰਹੇ ਹੋ, ਆਪ ਹੀ ਮੰਨ ਰਹੇ ਹੋ ਕਿ ਇਹ ਪਲਾਨ ਸ਼ਹਿਰਾਂ ਦੀ ਬਣੀ ਹੈ, ਉਸ ਪਲਾਨ ਦੇ ਉੱਤੇ ਤੁਹਾਡਾ ਇਤਰਾਜ਼ ਹੋ ਸਕਦਾ ਜੀ, ਪਰ ਪਰ ਨਾਲ ਦੇ ਨਾਲ ਤੁਸੀਂ ਦੂਜੀ ਵਾਰੀ ਆਪਣੀ ਗੱਲ ਚੇਂਜ ਵੀ ਕਰੀ ਜਾ ਰਹੇ ਹੋ। ਜੇ ਉਹਨਾਂ ਦੀ ਪਲਾਨ ਬਣ ਰਹੀ ਹੈ ਤੇ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਹੀ ਬਣ ਰਹੀ ਹੈ ਜੀ। ਦੂਜੀ ਗੱਲ ਹੈ ਵੀ ਮੈਂ ਇਹਨਾਂ ਨੂੰ ਇੱਕ ਪੁਆਇੰਟ ਆਇਆ ਸੀਗਾ ਵੀ ਓਮਿਕਸ ਤੋਂ ਪਤਾ ਨਹੀਂ ਸਰਕਾਰ ਨੇ ਮੈਂ ਸਿਰਫ ਉਹਦੇ ਵਿੱਚ ਇੱਕ ਸਵਾਲ ਜੋੜ ਦੇਣਾ ਚਾਹੁੰਦਾ। ਉਹ ਸਵਾਲ ਇਹ ਹੈ ਕਿ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ, ਉਹਦੀ ਜਿਹੜੀ ਵਿਉਂਤਬੰਦੀ ਸੀ ਉਹ ਬਹੁਤ ਤਫਸੀਲ ਨਾਲ ਕੀਤੀ ਗਈ ਸੀ। ਤੁਸੀਂ ਕਿਹਾ ਕਿ ਵੀ ਹੁਣ ਅਸੀਂ ਚੰਡੀਗੜ੍ਹ ਦੀ ਜਿਹੜੀ ਵਿਉਂਤਬੰਦੀ ਹੈ, ਨਵੇਂ ਚੰਡੀਗੜ੍ਹ ਦੀ, ਉਹ ਇਸ ਚੰਡੀਗੜ੍ਹ ਨਾਲੋਂ ਬਿਹਤਰ ਕਰਨੀ ਹੈ। ਜਦੋਂ ਕਿ ਇਸ ਵੇਲੇ ਉਹਦੀ ਵਿਉਂਤਬੰਦੀ ਦੀ ਚਰਚਾ ਹੋ ਰਹੀ ਹੈ, ਉੱਥੇ ਬਹੁਤ ਸਾਰੀਆਂ ਕਲੋਨੀਆਂ ਬਣ ਚੁੱਕੀਆਂ ਨੇ, ਉੱਥੇ ਕੰਪਨੀਆਂ ਆਪਣੀ ਜ਼ਮੀਨ ਖਰੀਦ ਚੁੱਕੀਆਂ ਨੇ, ਉਸਾਰੀਆਂ ਹੋ ਰਹੀਆਂ ਨੇ। ਇਹਨੂੰ ਦੋਨਾਂ ਚੀਜ਼ਾਂ ਨੂੰ ਕਿਵੇਂ ਮੇਲ ਕੀਤਾ ਜਾਵੇ? ਦੇਖੋ, ਹਾਲੇ ਉੱਥੇ ਐਡੀ ਮੇਜਰ ਕੰਸਟਰਕਸ਼ਨ ਕੋਈ ਨਹੀਂ ਹੋਈ ਕਿ ਜਿਹਨੂੰ ਪਲਾਨ ਦੇ ਵਿੱਚ ਨਹੀਂ ਲਿਆ ਜਾ ਸਕਦਾ ਜੀ। ਇਸ ਕਰਕੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਜਿਹੜੀ ਅਫਸਰ ਦੀ ਮਤਲਬ ਜੇ ਉਹ ਵਿਉਂਤਬੰਦੀ ਤੋਂ ਬਾਹਰ ਹੈਗੀ ਤਾਂ ਵਿਉਂਤਬੰਦੀ ਚ ਆ ਸਕਦੀ ਹੈ। ਆਈਐਸ ਅਫਸਰ ਦੀ ਕਲੋਨੀ ਜਿਹੜੀ ਬਣੀ ਆ ਜੀ, ਉਹ ਸਾਡੇ ਸਾਰਿਆਂ ਨਾਲੋਂ ਹੀ ਸਿਆਣੇ ਆ ਜੀ, ਕਿ ਉਹਨਾਂ ਨੇ ਪਹਿਲਾਂ ਹੀ ਜਦੋਂ ਬਣਾਈ ਆ ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖ ਕੇ ਜਿਹੜੀ ਭਾਰਦਵਾਜ ਜੀ ਗੱਲ ਕਹਿ ਰਹੇ ਨੇ ਉਹ ਤਾਂ ਇਹੀ ਹੈ ਨਾ ਕਿ ਉਹਨਾਂ ਦੀ ਸਿਆਣਪ ਨੂੰ ਹੀ ਪੱਠੇ ਪਾਉਣ ਲਈ ਕੀਤਾ ਜਾ ਰਿਹਾ। ਦੱਸ ਨਹੀਂ ਸਕਦਾ ਵੀ ਉਹਨਾਂ ਨੇ ਕਿਹਾ ਵੀ ਅਫਸਰ ਤੇ ਪੋਲੀਟੀਸ਼ੀਅਨ ਰਲ ਕੇ ਖਾਈ ਜਾਂਦੇ। ਇਹ ਅਫਸਰ ਵੀ ਰਹੇ ਆ, ਪੋਲੀਟੀਸ਼ੀਅਨ ਵੀ ਰਹੇ ਆ। ਇਸ ਕਰਕੇ ਇਹ ਤਾਂ ਮੇਰੇ ਨਾਲੋਂ ਦੋਨੇ ਗੱਲਾਂ ਜਿਹੜੀਆਂ ਨੇ ਉਹ ਬੈਟਰ ਜਾਣਦੇ ਆ ਜੀ। ਪਰ ਇਹ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਹੈਗੀ ਹੈ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖ ਸਕਦਾ। ਜਿਨ੍ਹਾਂ ਨੇ ਖਾਦਾ ਸੀ, ਚਾਹੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵਿੱਚ ਖਾਦਾ ਸੀ, ਚਾਹੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਕੈਮ ਹੋਇਆ ਸੀ ਖਾਦਾ ਸੀ, ਉਹਨਾਂ ਨੇ ਸਜ਼ਾ ਵੀ ਭੁਗਤੀ ਹੈ, ਕੁਝ ਭੁਗਤੀ ਸੀ, ਕੁਝ ਅੱਗੋਂ ਭੁਗਤ ਲੈਣਗੇ ਜੀ। ਇਸ ਕਰਕੇ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਜਿਹੜਾ ਦੇਖਣਾ, ਇਹ ਹੁਣ ਸਾਰਾ ਕੁਝ ਅਕਾਲੀ ਦਲ ਤੋਂ ਐਕਸਪੈਕਟ ਕਰਦੇ ਆ। ਇੱਕ ਵੀ ਅਚੀਵਮੈਂਟ ਆਪਣੀ ਨਹੀਂ ਦੱਸ ਸਕਦੇ ਵੀ ਅਸੀਂ ਇੰਨੇ ਸਾਲ ਸਾਡੀਆਂ ਸਰਕਾਰਾਂ ਆਈਆਂ ਉਹਨਾਂ ਨੇ ਕੀ ਕੀਤਾ।
ਅਕਾਲੀ ਦਲ ਤੋਂ ਸਾਨੂੰ ਖੁਸ਼ੀ ਵੀ ਹੁੰਦੀ ਇਸ ਗੱਲ ਦੀ ਕਿ ਚਲੋ ਸਾਡੇ ਤੋਂ ਤਵੱਕੋ ਤਾਂ ਰੱਖਦੇ ਆ, ਸਾਡਾ ਦੁੱਖ ਵੀ ਕੱਢਦੇ ਆ, ਪਰ ਸਾਡੇ ਤੋਂ ਤਵੱਕੋ ਵੀ ਰੱਖਦੇ ਆ ਵੀ ਜਿੰਨੀ ਵਾਰੀ ਕੁਝ ਹੋਣਾ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਆਵੇ ਤੇ ਇਹਨਾਂ ਨੇ ਕਰਨਾ ਆਪ ਅਸੀਂ ਸਵਾਏ ਲੁਧਿਆਣਾ। ਚਲੋ ਇਹ ਤਾਂ ਚੰਗੀ ਗੱਲ ਹੋ ਗਈ ਹੈ ਤੁਹਾਡੇ ਲਈ, ਜੋ ਕੁਝ ਕੀਤਾ ਉਸ ਤੋਂ ਇਲਾਵਾ ਹੋਰ ਕੁਝ ਨਹੀਂ। ਇਹ ਤੁਹਾਡੇ ਲਈ ਚੰਗੀ ਗੱਲ ਹੋਈ ਹੈ, ਤੁਸੀਂ ਇਹਨਾਂ ਦਾ ਧੰਨਵਾਦ ਕਰੋ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਅੱਜ ਦੀ ਇਸ ਚਰਚਾ ਵਿੱਚ ਸ਼ਾਮਿਲ ਹੋਏ। ਚੰਡੀਗੜ੍ਹ ਰਾਜਧਾਨੀ ਵਜੋਂ ਦੋਵਾਂ ਸੂਬਿਆਂ ਲਈ ਅਹਿਮ ਮੁੱਦਾ ਰਿਹਾ ਹੈ। ਸਮੇਂ ਦੇ ਨਾਲ ਇਸ ਮੁੱਦੇ ਦੀ ਚੋਣਾਂ ਵਿੱਚ ਅਹਿਮੀਅਤ ਘਟ ਗਈ ਹੈ, ਪਰ ਲੋੜ ਪੈਣ ਉੱਤੇ ਸਿਆਸਤਦਾਨ ਇਸ ਨੂੰ ਮੁੱਦਾ ਬਣਾ ਲੈਂਦੇ ਨੇ। ਨਵੇਂ ਚੰਡੀਗੜ੍ਹ ਦੀ ਚਰਚਾ ਚੌਗਿਰਦੇ ਵਿਕਾਸ ਅਤੇ ਸ਼ਹਿਰੀਕਰਨ ਦੇ ਹਵਾਲੇ ਨਾਲ ਹੋਣੀ ਚਾਹੀਦੀ ਹੈ। ਇਸ ਨਾਲ ਜੁੜੇ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਭੂ ਮਾਫੀਆ ਦੇ ਹਿੱਤਾਂ ਦੇ ਹਵਾਲੇ ਨਾਲ ਵੀ ਹੋਣੀ ਚਾਹੀਦੀ ਹੈ। ਭੁਪਿੰਦਰ ਹੁੱਡਾ ਦਾ ਬਿਆਨ ਸਨਸਨੀ ਤੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ। ਇਸ ਦਾ ਜਵਾਬੀ ਬਿਆਨ ਵੀ ਇਸ ਤੋਂ ਵਡੇਰਾ ਰੁਤਬਾ ਨਹੀਂ ਰੱਖਦਾ। ਅਸਲੀ ਅਤੇ ਨਵੇਂ ਚੰਡੀਗੜ੍ਹ ਦੀ ਬਿਆਨਬਾਜ਼ੀ ਵਿੱਚ ਠੋਸ ਮੁੱਦੇ ਜ਼ਰੂਰ ਨਜ਼ਰਅੰਦਾਜ਼ ਹੋ ਸਕਦੇ ਨੇ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।